ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਕਲਾਸ, ਅੱਜ ਦਾ ਇਹ ਲੈਸਨ 7ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 7ਵੀਂ ਕਲਾਸ ਦਾ ਗਣਿਤ ਦਾ ਅਧਿਆਇ ਤ੍ਰਿਭੁਜ ਅਤੇ ਉਸ ਦੇ ਗੁਣ, ਟ੍ਰਾਇੰਗਲ ਐਂਡ ਇਟਸ ਪ੍ਰੋਪਰਟੀਜ਼, ਉਸੇ ਤੇ ਬੇਸਡ ਫਸਟ ਐਕਸਰਸਾਈਜ਼ ਜਿਹੜੀ ਹੈ ਸਾਡੇ ਕੋਲ ਅਭਿਆਸ 6.1 ਉਸ ਦੇ ਸਵਾਲ ਤੇ ਉਹਦੇ ਨਾਲ ਰਿਲੇਟਡ ਜਿਹੜੇ ਸਾਡੇ ਕੋਲ ਹੋਰ ਕੁਐਸਚਨਸ ਉਦਾਹਰਨਾਂ ਨੇ ਉਹ ਅਸੀਂ ਅੱਜ ਦੇ ਇਸ ਲੈਸਨ ਵਿੱਚ ਡਿਸਕਸ ਕਰਾਂਗੇ। ਪਿਛਲੇ ਲੈਸਨ ਵਿੱਚ ਅਸੀਂ त्रिभुज ਦੀਆਂ ਮੱਧਿਕਾਵਾਂ ਅਤੇ त्रिभुज ਦੇ ਸਿਖਰ ਲੰਬਾਂ ਦੇ ਬਾਰੇ ਚਰਚਾ ਕੀਤੀ ਸੀ। ਅੱਜ ਦੇ ਇਸ ਲੈਸਨ ਵਿੱਚ ਆਪਾਂ त्रिभुज ਦੀਆਂ ਮੱਧਿਕਾਵਾਂ ਅਤੇ ਸਿਖਰ ਲੰਬਾਂ ਤੇ ਆਧਾਰਿਤ ਜਿਹੜੇ ਸਵਾਲ ਨੇ ਉਹਨਾਂ ਦੇ ਬੇਸ ਜਿਹੜੇ ਕੁਐਸਚਨਸ ਨੇ ਉਹ ਡਿਸਕਸ ਕਰਾਂਗੇ। ਠੀਕ ਹੈ, ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਨੋਟਬੁੱਕ ਤੇ ਪੈਨ ਵਗੈਰਾ ਆਪਣੇ ਨਾਲ ਜ਼ਰੂਰ ਲੈ ਲਏ ਹੋਣਗੇ ਤਾਂ ਕਿ ਹਰ ਇੱਕ ਚੀਜ਼ ਨੂੰ ਨੋਟ ਕੀਤਾ ਜਾ ਸਕੇ। ਠੀਕ ਹੈ ਵਿਦਿਆਰਥੀਓ, ਤੋਂ ਸ਼ੁਰੂ ਕਰਦੇ ਹਾਂ ਅੱਜ ਦਾ ਲੈਸਨ। ਅਭਿਆਸ ਦੇ ਸਵਾਲ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਆਪਾਂ ਥੋੜਾ ਜਿਹਾ ਮੱਧਿਕਾ ਤੇ ਸਿਖਰ ਲੰਬ ਦੇ ਬਾਰੇ ਥੋੜੀ ਜਿਹੀ ਆਪਾਂ ਦੁਹਰਾਈ ਕਰ ਲਈਏ। ਠੀਕ ਹੈ, तो सब तो पहला साडे कोल है त्रिभुज ਦੀ ਮੱਧਿਕਾ। ਮੱਧਿਕਾ ਹੁੰਦੀ ਕੀ ਹੈ? ਮੱਧਿਕਾ त्रिभुज ਦੇ ਇੱਕ ਸਿਖਰ ਨੂੰ ਸਾਹਮਣੇ ਵਾਲੀ ਭੁਜਾ ਦੇ ਮੱਧ ਬਿੰਦੂ ਨਾਲ ਜੋੜਦੀ ਹੈ। ਠੀਕ ਹੈ, ਕੋਈ ਵੀ त्रिभुज ਹੈ ਇਹਦੇ ਵਿੱਚ ਸਾਡੇ ਕੋਲ ਤਿੰਨ ਸਿਖਰ ਹੁੰਦੇ ਨੇ, A B C, ਤਿੰਨ ਸਿਖਰ ਇੱਥੇ ਮਾਰਕ ਕੀਤੇ ਹੋਏ ਨੇ ਅਸੀਂ। ਠੀਕ ਹੈ, तो ਕਿਸੇ ਵੀ ਸਿਖਰ ਨੂੰ ਜੇਕਰ ਅਸੀਂ ਸਾਹਮਣੇ ਵਾਲੀ ਭੁਜਾ ਦੇ ਮੱਧ ਬਿੰਦੂ ਦੇ ਨਾਲ ਜੋੜਾਂਗੇ ਤਾਂ ਉਹ ਜਿਹੜਾ ਰੇਖਾਖੰਡ ਹੈ ਜੋੜਨ ਵਾਲਾ ਉਹ ਸਾਡੇ ਕੋਲ ਇਸ त्रिभुज ਦੀ ਮੱਧਿਕਾ ਹੋਏਗਾ। ਠੀਕ ਹੈ, ਜਿਵੇਂ ਕਿ ਆਓ ਦੇਖਦੇ ਹਾਂ। ਮੰਨ ਲਓ ਕਿ ਸਾਡੇ ਕੋਲ ਜਿਹੜਾ BC ਭੁਜਾ ਹੈ ਇਸ त्रिभुज ਦੀ, ਇਹਦਾ ਜਿਹੜਾ ਮੱਧ ਬਿੰਦੂ ਹੈ ਉਹ ਸਾਡੇ ਕੋਲ ਇਹ ਬਿੰਦੂ D ਹੈ। ਠੀਕ ਹੈ, ਔਰ ਇਸ त्रिभुज ਦੇ ਵਿੱਚ AC ਜਿਹੜੀ ਭੁਜਾ ਹੈ ਇਹਦਾ ਮੱਧ ਬਿੰਦੂ ਸਾਡੇ ਕੋਲ ਬਿੰਦੂ E ਹੈ। ਠੀਕ ਹੈ, ਇਸੇ ਢੰਗ ਦੇ ਨਾਲ ਇਸ त्रिभुज ਦੇ ਵਿੱਚ AB ਦਾ ਮੱਧ ਬਿੰਦੂ F ਹੈ। ਠੀਕ ਹੈ, तो ਜਦੋਂ ਇਹ ਮੱਧ ਬਿੰਦੂਆਂ ਨੂੰ ਅਸੀਂ ਸਾਹਮਣੇ ਵਾਲੇ ਸਿਖਰ ਦੇ ਨਾਲ ਜੁਆਇਨ ਕਰਾਂਗੇ ਤਾਂ ਜਿਹੜਾ ਰੇਖਾਖੰਡ ਬਣੇਗਾ ਉਹ ਸਾਡੇ ਕੋਲ ਇਸ त्रिभुज ਦੀ ਮੱਧਿਕਾ ਹੋਏਗਾ। ਠੀਕ ਹੈ, तो ਆਓ ਦੇਖਦੇ ਹਾਂ। तो ਸਭ ਤੋਂ ਪਹਿਲਾਂ ਅਸੀਂ A ਨੂੰ ਜੁਆਇਨ ਕਰਦੇ ਹਾਂ D ਦੇ ਨਾਲ। ਠੀਕ ਹੈ, तो ਇਹ AD ਜਿਹੜਾ ਹੈ ਇਹ ਸਾਡੇ ਕੋਲ ਇਸ त्रिभुज ਦੀ ਮੱਧਿਕਾ ਬਣ ਜਾਂਦੀ ਹੈ। ਠੀਕ ਹੈ, तो ਇਸ त्रिभुज ਦੇ ਵਿੱਚ B ਨੂੰ ਸਾਹਮਣੇ ਵਾਲੀ ਭੁਜਾ ਦੇ ਮੱਧ ਬਿੰਦੂ ਦੇ ਨਾਲ ਜੁਆਇਨ ਕਰਾਂਗੇ ਤਾਂ ਸਾਡੇ ਕੋਲ ਫਿਰ ਇੱਕ ਮੱਧਿਕਾ ਜਿਹੜੀ ਉਹ ਪ੍ਰਾਪਤ ਹੋਏਗੀ। तो B ਨੂੰ ਜੁਆਇਨ ਕਰਦੇ ਹਾਂ ਅਸੀਂ ਸਾਹਮਣੇ ਵਾਲੀ ਭੁਜਾ ਦੇ ਮੱਧ ਬਿੰਦੂ ਭਾਵ ਕਿ E ਦੇ ਨਾਲ। ਠੀਕ ਹੈ, तो BE ਜਿਹੜਾ ਰੇਖਾਖੰਡ ਹੈ ਉਹ ਸਾਡੇ ਕੋਲ ਇਸ त्रिभुज ਦੀ ਮੱਧਿਕਾ ਬਣ ਜਾਂਦਾ ਹੈ। ਠੀਕ ਹੈ, ਇਸ ਤੋਂ ਬਾਅਦ ਤੀਸਰੀ त्रिभुज ਦੇ ਵਿੱਚ C ਸਿਖਰ ਤੋਂ ਸਾਹਮਣੇ ਵਾਲੀ ਭੁਜਾ ਦੇ ਮੱਧ ਬਿੰਦੂ ਭਾਵ ਬਿੰਦੂ F ਦੇ ਨਾਲ ਜੁਆਇਨ ਕਰਦਾ ਇੱਕ ਰੇਖਾਖੰਡ ਆਪਾਂ ਖਿੱਚਾਂਗੇ। ਸੋ ਇਹ CF ਜਿਹੜਾ ਹੈ ਇਹ ਸਾਡੇ ਕੋਲ ਇਸ त्रिभुज ਦੀ ਮੱਧਿਕਾ ਬਣ ਜਾਂਦਾ ਹੈ। तो ਇੱਕ ਹੀ ਇਹ ਸਾਡੇ ਕੋਲ ਇੱਕ ਹੀ त्रिभुज ਸੀ ਜਿਹਨੂੰ ਅਸੀਂ ਤਿੰਨ ਵਾਰ ਬਣਾਇਆ ਸੀ ਔਰ ਤਿੰਨੋਂ ਵਾਰ ਅਸੀਂ ਤਿੰਨੋਂ ਹੀ ਅਲੱਗ-ਅਲੱਗ ਸਿਖਰਾਂ ਤੋਂ ਮੱਧਿਕਾ ਜਿਹੜੀ ਉਹ ਖਿੱਚੀ ਹੈ। ਠੀਕ ਹੈ, तो ਇੱਕ त्रिभुज ਦੇ ਵਿੱਚ ਸਾਡੇ ਕੋਲ ਤਿੰਨ ਮੱਧਿਕਾਵਾਂ ਹੋ ਸਕਦੀਆਂ ਨੇ ਔਰ ਤਿੰਨੋਂ ਮੱਧਿਕਾਵਾਂ ਜਿਹੜੀਆਂ त्रिभुज ਦੇ ਅੰਦਰ ਹੀ ਸਥਿਤ ਹੁੰਦੀਆਂ ਨੇ, ਅੰਦਰ ਹੀ ਬਣਦੀਆਂ ਨੇ। ਮੱਧਿਕਾ ਸਾਹਮਣੇ ਵਾਲੀ ਭੁਜਾ ਨੂੰ ਸਮਦੁਭਾਜ ਕਰਦੀ ਹੈ। ਠੀਕ ਹੈ, ਇਸ त्रिभुज ਦੇ ਵਿੱਚ ਜਿਹੜਾ ਸਾਡੇ ਕੋਲ B ਹੈ, BD ਹਿੱਸਾ ਹੈ, BD ਰੇਖਾਖੰਡ ਹੈ, ਇਹ DC ਦੇ ਸਮਾਨ ਹੋਏਗਾ। ਇਸ त्रिभुज ਦੇ ਵਿੱਚ ਜਿਹੜਾ AE ਪਾਰਟ ਹੈ ਇਹ EC ਦੇ ਬਰਾਬਰ ਹੋਏਗਾ ਔਰ ਇਸ त्रिभुज ਦੇ ਵਿੱਚ ਜਿਹੜਾ AF ਸਾਡੇ ਕੋਲ ਰੇਖਾਖੰਡ ਹੈ ਇਹ BF ਦੇ ਬਰਾਬਰ ਹੋਏਗਾ, ਇਹਦੇ ਸਮਾਨ ਹੋਏਗਾ। ਠੀਕ ਹੈ, तो ਇਹ ਸਾਡੇ ਕੋਲ ਮੱਧਿਕਾਵਾਂ ਦੇ ਬਾਰੇ ਸੀ। ਇਸ ਤੋਂ ਬਾਅਦ ਅਸੀਂ त्रिभुज ਦੇ ਸਿਖਰ ਲੰਬਾਂ ਦੇ ਬਾਰੇ ਚਰਚਾ ਕਰਦੇ ਹਾਂ ਥੋੜੀ ਜੀ। त्रिभुज ਦਾ ਸਿਖਰ ਲੰਬ, त्रिभुज ਵਿੱਚ ਕਿਸੇ ਵੀ ਸਿਖਰ ਤੋਂ ਸਾਹਮਣੇ ਵਾਲੀ ਭੁਜਾ ਉੱਤੇ ਸੁੱਟਿਆ ਗਿਆ ਲੰਬ ਜਾਂ ਖਿੱਚਿਆ ਗਿਆ ਲੰਬ त्रिभुज ਦਾ ਸਿਖਰ ਲੰਬ ਕਹਾਉਂਦਾ ਹੈ। ਜਿਵੇਂ ਕਿ ਸਾਡੇ ਕੋਲ ਇੱਥੇ ਵੀ ਅਸੀਂ ਦੇਖ ਸਕਦੇ ਹਾਂ ਕਿ ਤਿੰਨ त्रिभुजां ਜਿਹੜੀਆਂ ਬਣਾਈਆਂ ਗਈਆਂ ਨੇ, ਇਹਦੇ ਤਿੰਨ ਹੀ ਸਾਡੇ ਕੋਲ ਸਿਖਰ ਨੇ। तो ਤਿੰਨਾਂ ਸਿਖਰਾਂ ਤੋਂ ਆਪਾਂ ਸਾਹਮਣੇ ਵਾਲੀ ਭੁਜਾ ਦੇ ਉੱਤੇ ਲੰਬ ਜਿਹੜਾ ਖਿੱਚ ਸਕਦੇ ਹਾਂ, ਆਪਾਂ ਖਿੱਚਾਂਗੇ। ਠੀਕ ਹੈ, ਦੇਖਾਂਗੇ ਤਾਂ ਉਹ ਸਾਡੇ ਕੋਲ ਜਿਹੜਾ ਰੇਖਾਖੰਡ ਬਣੇਗਾ ਉਸ ਨੂੰ ਹੀ ਆਪਾਂ त्रिभुज ਦਾ ਸਿਖਰ ਲੰਬ ਕਹਿੰਦੇ ਹਾਂ। ਠੀਕ ਹੈ, त्रिभुज ਦੇ ਵਿੱਚ ਵੀ ਸਾਡੇ ਕੋਲ ਤਿੰਨ ਸਿਖਰ ਲੰਬ ਹੋ ਸਕਦੇ ਨੇ। ਠੀਕ ਹੈ, ਸੋ ਸਭ ਤੋਂ ਪਹਿਲਾਂ ਆਪਾਂ ਸਿਖਰ A ਤੋਂ ਸਾਹਮਣੇ ਵਾਲੀ ਭੁਜਾ BC ਦੇ ਉੱਤੇ ਇੱਕ ਲੰਬ ਖਿੱਚਦੇ ਹਾਂ। ਠੀਕ ਹੈ, ਤਾਂ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਕੋਲ, ਇਹਨੂੰ ਅਸੀਂ ਬਿੰਦੂ D ਮੰਨ ਲੈਂਦੇ ਹਾਂ। ਠੀਕ ਹੈ, तो AD ਜੋ ਹੈ ਇਹ BC ਦੇ ਉੱਤੇ ਲੰਬ ਹੈ। ਠੀਕ ਹੈ, तो ਇਹ ਸਾਡੇ ਕੋਲ AD ਜਿਹੜਾ ਰੇਖਾਖੰਡ ਹੈ ਉਹ ਇਸ त्रिभुज ਦਾ ਸਿਖਰ ਲੰਬ ਹੈ। ਠੀਕ ਹੈ, ਇਸੇ ਢੰਗ ਦੇ ਨਾਲ ਇਸ त्रिभुज ਦੇ ਵਿੱਚ ਆਪਾਂ B ਤੋਂ ਸਾਹਮਣੇ ਵਾਲੀ ਭੁਜਾ ਦੇ ਉੱਤੇ ਲੰਬ ਖਿੱਚਾਂਗੇ। ਠੀਕ ਹੈ, तो ਇਹ ਸਾਡੇ ਕੋਲ ਅਗਰ ਬਿੰਦੂ ਇਸ ਨੂੰ ਅਸੀਂ E ਮੰਨ ਲਈਏ तो BE ਸਾਡੇ ਕੋਲ ਇਸ त्रिभुज ਦਾ ਕੀ ਹੋ ਜਾਂਦਾ ਹੈ? ਸਿਖਰ ਲੰਬ ਹੋ ਜਾਂਦਾ ਹੈ। ਠੀਕ ਹੈ, ਇਸ ਤੋਂ ਬਾਅਦ C ਸਿਖਰ ਤੋਂ ਵੀ ਅਸੀਂ ਇੱਕ ਜਿਹੜਾ ਸਿਖਰ ਲੰਬ ਹੈ ਉਹ ਸਾਹਮਣੇ ਵਾਲੀ ਭੁਜਾ ਦੇ ਉੱਤੇ ਖਿੱਚ ਸਕਦੇ ਹਾਂ।
ठीक। ਇਸ ਬਿੰਦੂ ਨੂੰ ਅਸੀਂ F ਮੰਨ ਲੈਂਦੇ ਹਾਂ। ਸੋ ਇਹ ਤ੍ਰਿਭੁਜ ਸਾਡੇ ਕੋਲ ਇੱਕ ABC ਸੇਮ ਹੀ ਤ੍ਰਿਭੁਜ ਸੀ। ਪਹਿਲਾਂ A ਸਿਖਰ ਤੋਂ ਅਸੀਂ ਸਾਹਮਣੇ ਵਾਲੀ ਭੁਜਾ ਤੇ ਲੰਬ ਖਿੱਚਿਆ, ਫਿਰ B ਸਿਖਰ ਤੋਂ ਸਾਹਮਣੇ ਵਾਲੀ ਭੁਜਾ ਦੇ ਉੱਤੇ ਲੰਬ ਖਿੱਚਿਆ, ਫਿਰ C ਸਿਖਰ ਤੋਂ ਸਾਹਮਣੇ ਵਾਲੀ ਭੁਜਾ ਦੇ ਉੱਤੇ ਲੰਬ ਖਿੱਚਿਆ। ਠੀਕ ਹੈ, ਇਹ ਜਿਹੜਾ ਬਿੰਦੂ D ਹੈ ਇਹਨੂੰ ਅਸੀਂ ਇਸ ਸਿਖਰ ਲੰਬ ਦਾ ਫੁੱਟ ਕਹਾਉਂਦਾ, ਫੁੱਟ ਆਫ ਪਰਪੈਂਡੀਕੂਲਰ ਅਸੀਂ ਇਹਨੂੰ ਬੋਲਦੇ ਹਾਂ। ਸਿਖਰ ਲੰਬ ਨੂੰ ਅਸੀਂ ਪਰਪੈਂਡੀਕੂਲਰ ਵੀ ਬੋਲਦੇ ਹਾਂ, ਜਾਂ ਤ੍ਰਿਭੁਜ ਦੀ ਉਚਾਈ ਵੀ ਬੋਲਦੇ ਹਾਂ, ਜਾਂ ਤ੍ਰਿਭੁਜ ਦਾ ਐਲਟੀਟਿਊਡ ਵੀ ਬੋਲਦੇ ਹਾਂ। ਠੀਕ ਹੈ, ਤਾਂ ਇਸੇ ਢੰਗ ਦੇ ਨਾਲ ਅਸੀਂ ਦੇਖਿਆ ਕਿ ਤ੍ਰਿਭੁਜ ਦੇ ਵਿੱਚ ਵੀ ਕਿਉਂਕਿ 3 ਸਿਖਰ ਹੁੰਦੇ ਆ ਤੇ ਹਰ ਇੱਕ ਸਿਖਰ ਤੋਂ ਸਾਹਮਣੇ ਵਾਲੀ ਭੁਜਾ ਦੇ ਉੱਤੇ ਲੰਬ ਖਿੱਚਿਆ ਜਾ ਸਕਦਾ ਹੈ। ਠੀਕ ਹੈ, ਤਾਂ ਤ੍ਰਿਭੁਜ ਦੇ ਵਿੱਚ ਸਾਡੇ ਕੋਲ 3 ਸਿਖਰ ਲੰਬ ਹੁੰਦੇ ਨੇ। ਜੇਕਰ ਅਸੀਂ ਇਹ ਤਿੰਨੋਂ ਸਿਖਰ ਲੰਬ ਇੱਕ ਹੀ ਤ੍ਰਿਭੁਜ ਦੇ ਵਿੱਚ ਬਣਾਵਾਂਗੇ ਤਾਂ ਇਹ ਤ੍ਰਿਭੁਜ ਦੇ ਅੰਦਰ ਇੱਕ ਹੀ ਬਿੰਦੂ ਉੱਤੇ ਆਪਸ ਵਿੱਚ ਕੱਟਣਗੇ। ਠੀਕ ਹੈ, ਸੋ ਇਸ ਤੋਂ ਬਾਅਦ ਸਿਖਰ ਲੰਬ ਦੇ ਬਾਰੇ ਆਪਾਂ ਸਮਝ ਗਏ ਹੋਵੋਗੇ। ਇਹਨੂੰ ਅਸੀਂ ਉਚਾਈ ਵੀ ਕਹਿ ਦਿੰਦੇ ਹਾਂ ਤ੍ਰਿਭੁਜ ਦੀ। ਸੋ ਹੋਰ ਇੱਕ ਦੋ ਕੇਸ ਸਾਡੇ ਕੋਲ ਹੈਗੇ ਨੇ, ਉਹ ਵੀ ਆਪਾਂ ਡਿਸਕਸ ਕਰਦੇ ਹਾਂ। ਜੇਕਰ ਸਾਡੇ ਕੋਲ ਅਗਰ ਸਮਕੋਣੀ ਤ੍ਰਿਭੁਜ ਹੋ ਜਾਏ, ਠੀਕ ਹੈ, ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਤ੍ਰਿਭੁਜ ABC ਹੈ ਇਹਦੇ ਵਿੱਚ B ਦੇ ਉੱਤੇ ਸਮਕੋਣ ਬਣਦਾ ਹੈ, B ਤੇ 90 ਡਿਗਰੀ ਦਾ ਕੋਣ ਬਣਦਾ ਪਿਆ ਹੈ। ਠੀਕ ਹੈ, ਤਾਂ ਇਹਨੂੰ ਅਸੀਂ ਸਮਕੋਣੀ ਤ੍ਰਿਭੁਜ ਕਹਿੰਦੇ ਹਾਂ। ਔਰ ਇਸ ਤ੍ਰਿਭੁਜ ਦੇ ਵਿੱਚ ਜੇਕਰ ਅਸੀਂ A ਤੋਂ ਸਾਹਮਣੇ ਵਾਲੀ ਭੁਜਾ ਭਾਵ BC ਦੇ ਉੱਤੇ ਸਿਖਰ ਲੰਬ ਖਿੱਚਣਾ ਹੋਵੇ ਤਾਂ ਅਸੀਂ ਦੇਖ ਸਕਦੇ ਹਾਂ ਕਿ AB ਜਿਹੜੀ ਭੁਜਾ ਹੈ ਉਹ ਖੁਦ ਹੀ ਸਾਹਮਣੇ ਵਾਲੀ ਭੁਜਾ ਤੇ A ਸਿਖਰ ਤੋਂ ਸਿਖਰ ਲੰਬ ਹੈ। ਇਸੇ ਢੰਗ ਦੇ ਨਾਲ ਜੇ C ਤੋਂ ਅਸੀਂ ਸਿਖਰ ਲੰਬ ਖਿੱਚਣਾ ਹੋਵੇ ਤਾਂ ਉਹ ਵੀ ਸਾਡੇ ਕੋਲ AB ਦੇ ਉੱਤੇ ਪਹਿਲਾਂ ਹੀ ਲੰਬ ਹੈ, ਪਹਿਲਾਂ ਹੀ ਲੰਬ ਹੈ। ਸੋ ਇਸ ਤ੍ਰਿਭੁਜ ਦੇ ਵਿੱਚ, ਸਮਕੋਣੀ ਤ੍ਰਿਭੁਜ ਦੇ ਵਿੱਚ ਜਿਹੜੀਆਂ ਸਾਡੇ ਕੋਲ ਦੋ ਭੁਜਾਵਾਂ ਜਿਹੜੀਆਂ ਕਿ ਇੱਕ ਦੂਜੇ ਨੂੰ 90 ਡਿਗਰੀ ਤੇ ਕੱਟਦੀਆਂ ਹਨ, 90 ਡਿਗਰੀ ਦਾ ਕੋਣ ਬਣਾਉਂਦੀਆਂ ਹਨ, ਇਹ ਦੋਨੋਂ ਭੁਜਾਵਾਂ ਹੀ ਇਸ ਤ੍ਰਿਭੁਜ ਦਾ ਸਿਖਰ ਲੰਬ ਹੁੰਦੀਆਂ ਨੇ। ਠੀਕ ਹੈ, ਤੀਜਾ ਸਿਖਰ ਲੰਬ ਜੇਕਰ ਅਸੀਂ ਖਿੱਚਣਾ ਹੋਵੇ ਤਾਂ ਅਸੀਂ B ਬਿੰਦੂ ਤੋਂ, B ਸਿਖਰ ਤੋਂ ਸਾਹਮਣੇ ਵਾਲੀ ਭੁਜਾ ਦੇ ਉੱਤੇ ਸਿਖਰ ਲੰਬ ਖਿੱਚ ਸਕਦੇ ਹਾਂ। ਠੀਕ ਹੈ, ਸੋ ਕਿਸੇ ਵੀ ਤ੍ਰਿਭੁਜ, ਸਮਕੋਣੀ ਤ੍ਰਿਭੁਜ ਦੇ ਵਿੱਚ ਉਸ ਦੀਆਂ ਦੋ ਭੁਜਾਵਾਂ ਜਿਹੜਾ ਆਧਾਰ ਤੇ ਸਾਡੇ ਕੋਲ ਲੰਬ ਹੁੰਦਾ, ਇਹ ਦੋਨੋਂ ਹੀ ਇਸ ਦਾ ਸਿਖਰ ਲੰਬ ਵੀ ਹੁੰਦੀਆਂ ਨੇ। ਠੀਕ ਹੈ, ਇਸ ਤੋਂ ਬਾਅਦ ਇਹ ਸਾਡੇ ਕੋਲ ਤ੍ਰਿਭੁਜ ਹੈ ਅਧਿਕ ਕੋਣੀ ਤ੍ਰਿਭੁਜ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ C ਕੋਣ ਹੈ ਉਹ 90 ਡਿਗਰੀ ਤੋਂ ਵੱਡਾ ਹੈ, ਇਹਨੂੰ ਅਸੀਂ ਅਧਿਕ ਕੋਣੀ ਤ੍ਰਿਭੁਜ ਕਹਿੰਦੇ ਹਾਂ। ਠੀਕ ਹੈ, ਇਹ ਜਿਹੜਾ ਕੋਣ ਹੈ ਇਹ ਸਾਡੇ ਕੋਲ 90 ਡਿਗਰੀ ਤੋਂ ਵੱਡਾ ਹੈ। ਠੀਕ ਹੈ, ਤਾਂ ਇਹਦੇ ਵਿੱਚ ਅਗਰ ਅਸੀਂ A ਤੋਂ ਸਾਹਮਣੇ ਵਾਲੀ ਭੁਜਾ ਭਾਵ BC ਦੇ ਉੱਤੇ ਸਿਖਰ ਲੰਬ ਖਿੱਚਣਾ ਹੋਵੇ ਤਾਂ ਅਸੀਂ ਦੇਖ ਸਕਦੇ ਹਾਂ ਕਿ A ਤੋਂ ਜੇਕਰ ਮੈਂ ਤ੍ਰਿਭੁਜ ਦੇ ਅੰਦਰ ਕਿਤੇ ਵੀ ਇਸ ਲਾਈਨ ਨੂੰ, ਰੇਖਾਖੰਡ ਨੂੰ BC ਦੇ ਕਿਸੇ ਵੀ ਬਿੰਦੂ ਦੇ ਨਾਲ ਜੋੜਾਂ ਤਾਂ ਕਿਤੇ ਵੀ ਕੋਣ ਜਿਹੜਾ 90 ਡਿਗਰੀ ਦਾ ਨਹੀਂ ਬਣਦਾ। ਠੀਕ ਹੈ, ਸੋ ਇਹੋ ਜਿਹੇ ਕੇਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਸਭ ਤੋਂ ਪਹਿਲਾਂ BC ਨੂੰ ਅਸੀਂ ਵਧਾਣੇ ਆ ਅੱਗੇ, BC ਨੂੰ ਅਸੀਂ ਐਕਸਟੈਂਡ ਕਰਾਂਗੇ ਅੱਗੇ ਨੂੰ, ਇਹਨੂੰ ਲਾਈਨ ਇਸ ਰੇਖਾਖੰਡ ਨੂੰ ਹੋਰ ਵਧਾ ਦੇਵਾਂਗੇ। ਫਿਰ A ਤੋਂ ਉਸ ਵਧੀ ਹੋਈ ਰੇਖਾ ਦੇ ਉੱਤੇ ਅਸੀਂ ਇੱਕ ਲੰਬ ਜਿਹੜਾ ਸੁੱਟਾਂਗੇ ਉਹ ਇਸ ਤ੍ਰਿਭੁਜ ਦਾ ਸਿਖਰ ਲੰਬ ਹੋਏਗਾ। ਜਿਵੇਂ ਕਿ ਇਹ ਹੁਣ ਸਕੇਲ ਦੀ ਮਦਦ ਦੇ ਨਾਲ ਅਸੀਂ ਇੱਥੇ ਇੱਕ ਜਿਹੜਾ ਇਸ ਲਾਈਨ ਨੂੰ ਅੱਗੇ ਵਧਾ ਦੇਵਾਂਗੇ। ਠੀਕ ਹੈ, ਤਾਂ ਹੁਣ ਇਸ ਲਾਈਨ ਨੂੰ ਅੱਗੇ ਵਧਾਉਣ ਤੋਂ ਬਾਅਦ A ਤੋਂ ਅਸੀਂ ਸਾਹਮਣੇ ਇਸ ਵਧੀ ਹੋਈ BC ਦੇ ਉੱਤੇ, ਵਧੀ ਹੋਈ ਭੁਜਾ ਦੇ ਉੱਤੇ ਸਿਖਰ ਲੰਬ ਖਿੱਚਾਂਗੇ। ਠੀਕ ਹੈ, ਤੋ ਇਹ ਤੁਸੀਂ ਦੇਖ ਸਕਦੇ ਹੋ, ਇਸ ਬਿੰਦੂ ਨੂੰ ਆਪਾਂ ਬਿੰਦੂ L ਰੱਖ ਦਿੰਦੇ ਹਾਂ। ਤੋ ਇਹ L ਜਿਹੜਾ ਹੈ ਸਾਡੇ ਕੋਲ ਇਸ ਤ੍ਰਿਭੁਜ ਦਾ ਕੀ ਹੋ ਜਾਂਦਾ ਹੈ, ਸਿਖਰ ਲੰਬ ਬਣ ਜਾਂਦਾ ਹੈ। ਠੀਕ ਹੈ, ਤੋ ਇਸ ਤ੍ਰਿਭੁਜ ਅਧਿਕ ਕੋਣੀ ਤ੍ਰਿਭੁਜ ਦਾ ਜਿਹੜਾ ਇੱਕ ਸਿਖਰ ਲੰਬ ਹੈ ਸਾਡੇ ਕੋਲ, ਜਿਹੜਾ ਇਸ ਬਿੰਦੂ ਤੋਂ ਖਿੱਚਿਆ ਗਿਆ, ਇਹ ਤ੍ਰਿਭੁਜ ਦੇ ਅੰਦਰ ਨਾ ਬਣ ਕੇ ਤ੍ਰਿਭੁਜ ਦੇ ਬਾਹਰ ਬਣਦਾ ਹੈ। ਠੀਕ ਹੈ, ਸੋ ਸਿਖਰ ਲੰਬ ਜਿਹੜਾ ਹੈ ਉਹ ਤ੍ਰਿਭੁਜ ਦੇ ਅੰਦਰ ਵੀ ਬਣ ਸਕਦਾ ਹੈ, ਜਿਵੇਂ ਅਸੀਂ ਉੱਪਰ ਵਾਲੀਆਂ ਤਿੰਨ ਤ੍ਰਿਭੁਜਾਂ ਦੇ ਵਿੱਚ ਦੇਖਿਆ। ਤੇ ਸਿਖਰ ਲੰਬ ਜਿਹੜਾ ਹੈ ਉਹ ਸਾਡੇ ਕੋਲ ਤ੍ਰਿਭੁਜ ਦੀਆਂ ਭੁਜਾਵਾਂ ਵੀ ਹੋ ਸਕਦੀਆਂ ਨੇ, ਕਿ ਭੁਜਾਵਾਂ ਹੀ ਸਿਖਰ ਲੰਬ ਨੇ। ਠੀਕ ਹੈ, ਔਰ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਸਿਖਰ ਲੰਬ ਹੈ ਉਹ ਤ੍ਰਿਭੁਜ ਦੇ ਬਾਹਰੀ ਹਿੱਸੇ ਦੇ ਵਿੱਚ ਬਣਦਾ ਹੋਵੇ, ਜਿਵੇਂ ਕਿ ਅਧਿਕ ਕੋਣੀ ਤ੍ਰਿਭੁਜ ਦੇ ਕੇਸ ਦੇ ਵਿੱਚ ਆਪਾਂ ਦੇਖਿਆ ਹੈ। ਠੀਕ ਹੈ, ਸੋ ਵਿਦਿਆਰਥੀਓ ਇਹ ਮੁੱਢਲੀ ਜਾਣਕਾਰੀ ਸਾਡੇ ਕੋਲ ਸਿਖਰ ਲੰਬ ਤੇ ਤ੍ਰਿਭੁਜ ਦੀ ਮੱਧਿਕਾਵਾਂ ਦੇ ਬਾਰੇ ਸੀ। ਤੋ ਆਓ ਹੁਣ ਅਸੀਂ ਅਭਿਆਸ 6.1 ਦੇ ਸਵਾਲ ਜਿਹੜੇ ਹੈ ਉਹ ਹੱਲ ਕਰਾਂਗੇ, ਜਿਹੜੇ ਕਿ ਸਾਡੇ ਕੋਲ ਇਹਨਾਂ ਹੀ ਦੋ ਕਨਸੈਪਟਸ ਦੇ ਉੱਤੇ ਆਧਾਰਿਤ ਨੇ। ਠੀਕ ਹੈ, ਸੋ ਪਿਆਰੇ ਬੱਚਿਓ, ਅਭਿਆਸ 6.1 ਜਿਹੜੀ ਸਾਡੇ ਕੋਲ ਤ੍ਰਿਭੁਜ ਅਤੇ ਤ੍ਰਿਭੁਜ ਦੇ ਗੁਣ ਅਭਿਆਸ ਦੀ ਹੈ, ਟ੍ਰਾਇੰਗਲ ਐਂਡ ਇਟਸ ਪ੍ਰੋਪਰਟੀਜ਼। ਉਹਦਾ ਪਹਿਲਾ ਸਵਾਲ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਸਾਨੂੰ ਇੱਕ ਤ੍ਰਿਭੁਜ ਦਿੱਤੀ ਗਈ ਹੈ, ਤ੍ਰਿਭੁਜ ਦਾ ਨਾਮ ਹੈ PQR। ਠੀਕ ਹੈ, ਇਹਦੇ ਬਾਰੇ ਕੁਝ ਨਾ ਕੁਝ ਜਾਣਕਾਰੀ ਜਿਹੜੀ ਨਾਲ ਦਿੱਤੀ ਗਈ ਹੈ ਉਹ ਆਪਾਂ ਦੇਖਦੇ ਹਾਂ।
त्रिभुज PQR ਵਿੱਚ ਭੁਜਾ QR ਦਾ ਮੱਧ ਬਿੰਦੂ D ਹੈ। ਇਹ ਜਿਹੜਾ ਬਿੰਦੂ D ਹੈ ਇਸ ਭੁਜਾ QR ਦਾ ਮੱਧ ਬਿੰਦੂ ਹੈ। D is the midpoint of line segment QR। ਠੀਕ ਹੈ। ਠੀਕ ਹੈ, ਇਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ PM ਹੈ ਉਹ ਸਾਡੇ ਕੋਲ ਇਸ ਤ੍ਰਿਭੁਜ ਦਾ PQR ਦਾ ਸਿਖਰ ਲੰਬ ਹੈ। PM ਜਿਹੜਾ ਹੈ QR ਦੇ ਉੱਤੇ ਲੰਬ ਹੈ। ਠੀਕ ਹੈ, ਤੋਂ ਸਾਨੂੰ ਦੋ ਇਹਦੇ ਵਿੱਚ ਖਾਲੀ ਥਾਵਾਂ ਦਿੱਤੀਆਂ ਗਈਆਂ ਨੇ। ਪਹਿਲੀ ਖਾਲੀ ਥਾਂ ਹੈ PM ਡੈਸ਼ ਹੈ। ਹੁਣ PM ਜਿਹੜਾ ਹੈ ਉਹ ਇਸ ਤ੍ਰਿਭੁਜ ਦੇ ਵਿੱਚ ਕੀ ਹੈ, ਆਪਾਂ ਹੁਣੇ ਗੱਲ ਕਰਕੇ ਆਏ ਹਾਂ। PM ਇਸ ਤ੍ਰਿਭੁਜ ਦਾ ਸਿਖਰ ਲੰਬ ਹੈ। ਠੀਕ ਹੈ, ਤਾਂ ਇੱਥੇ ਸਾਡੇ ਕੋਲ ਆ ਜਾਏਗਾ ਸਿਖਰ ਲੰਬ। ਠੀਕ ਹੈ ਜੀ, PM ਰੇਖਾਖੰਡ ਇਸ ਤ੍ਰਿਭੁਜ ਦਾ ਸਿਖਰ ਲੰਬ ਹੈ। PM ਦੇ ਉੱਤੇ ਜਿਹੜੀ ਇਹ ਲਾਈਨ ਲਗਾਈ ਹੋਈ ਹੈ ਜਾਂ QR ਦੇ ਉੱਤੇ, ਇਹਦਾ ਮਤਲਬ ਰੇਖਾਖੰਡ ਹੁੰਦਾ ਹੈ ਸਾਡੇ ਕੋਲ। ਠੀਕ ਹੈ, तो दूसरा ਜਿਹੜਾ ਸਾਡੇ ਕੋਲ ਖਾਲੀ ਸਥਾਨ ਹੈ ਉਹ ਹੈ PD ਡੈਸ਼ ਹੈ। ਜਿਹੜਾ PD ਹੈ ਉਹ ਸਾਡੇ ਕੋਲ ਕੀ ਹੈ, ਕਿਉਂਕਿ ਸਵਾਲ ਦੇ ਵਿੱਚ ਸਾਨੂੰ ਇਹ ਕਿਹਾ ਗਿਆ ਹੈ ਕਿ ਜਿਹੜਾ D ਹੈ, ਬਿੰਦੂ D ਉਹ QR ਭੁਜਾ ਦਾ ਮੱਧ ਬਿੰਦੂ ਹੈ। ਤਾਂ ਮੱਧ ਬਿੰਦੂ ਨੂੰ ਜਦੋਂ ਅਸੀਂ ਸਾਹਮਣੇ ਵਾਲੇ ਸਿਖਰ ਦੇ ਨਾਲ ਜੁਆਇਨ ਕਰਦੇ ਹਾਂ, ਜਦੋਂ ਮਿਲਾਉਂਦੇ ਹਾਂ, ਤਾਂ ਜਿਹੜਾ ਇਹ ਰੇਖਾਖੰਡ ਬਣਦਾ ਹੈ ਉਸ ਰੇਖਾਖੰਡ ਨੂੰ ਆਪਾਂ ਕੀ ਕਹਿੰਦੇ ਆ, ਇਹਦੇ ਬਾਰੇ ਆਪਾਂ ਹੁਣੇ ਚਰਚਾ ਕਰਕੇ ਆਏ ਹਾਂ। ਬਿਲਕੁਲ ਸਹੀ, ਇਹਨੂੰ ਅਸੀਂ ਮੱਧਿਕਾ ਕਹਿੰਦੇ ਹਾਂ। ਠੀਕ ਹੈ, तो PD ਜੋ ਰੇਖਾਖੰਡ ਹੈ ਇਹ ਸਾਡੇ ਕੋਲ ਇਸ ਤ੍ਰਿਭੁਜ ਦੀ ਮੱਧਿਕਾ ਹੈ। ਤ੍ਰਿਭੁਜ ਦੀਆਂ ਤਿੰਨ ਮੱਧਿਕਾਵਾਂ ਖਿੱਚੀਆਂ ਜਾ ਸਕਦੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਜਿਹੜੀ ਮੱਧਿਕਾ ਉਹ PD ਸਾਡੇ ਕੋਲ ਹੋਏਗੀ। ਠੀਕ ਹੈ, ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ ਕਿ QM ਬਰਾਬਰ MR ਹੈ। ਕਿ QM ਇਹ ਵਾਲਾ ਜਿਹੜਾ ਪੋਰਸ਼ਨ ਹੈ ਇਹ ਬਰਾਬਰ MR ਹੈ। ਤਾਂ ਅਸੀਂ ਦੇਖ ਸਕਦੇ ਹਾਂ ਕਿ D ਜਿਹੜਾ ਹੈ ਉਹ ਕਿਉਂਕਿ ਇਸ ਭੁਜਾ ਦਾ ਮੱਧ ਬਿੰਦੂ ਹੈ, ਇਸ ਲਈ ਆਪਾਂ ਇਹ ਤਾਂ ਕਹਿ ਸਕਦੇ ਹਾਂ ਕਿ QD ਬਰਾਬਰ DR ਹੋਏਗਾ। ਪਰ QM ਬਰਾਬਰ MR ਨਹੀਂ ਹੋ ਸਕਦਾ, ਕਿਉਂਕਿ ਇਹ M ਜਿਹੜਾ ਬਿੰਦੂ ਹੈ ਇਹ ਸਾਡੇ ਕੋਲ ਸਿਖਰ ਲੰਬ ਦਾ ਅੰਤ ਬਿੰਦੂ ਹੈ, ਨਾ ਕਿ ਮੱਧਿਕਾ ਦਾ ਅੰਤ ਬਿੰਦੂ। ਠੀਕ ਹੈ, ਤਾਂ ਆਪਾਂ ਇੱਥੇ ਲਿਖ ਦਾਂਗੇ ਕਿ ਕਿਉਂਕਿ ਸਵਾਲ ਦੇ ਵਿੱਚ ਸਾਨੂੰ ਦਿੱਤਾ ਹੈ ਕਿ D ਇਸ ਭੁਜਾ ਦਾ ਮੱਧ ਬਿੰਦੂ ਹੈ, ਇਸ ਲਈ QD ਬਰਾਬਰ DR ਹੋਏਗਾ। M ਇਸ ਭੁਜਾ ਦਾ ਮੱਧ ਬਿੰਦੂ ਨਹੀਂ ਹੈ, ਇਸ ਲਈ QM ਬਰਾਬਰ MR ਨਹੀਂ ਹੋ ਸਕਦਾ। ਠੀਕ ਹੈ, ਪ੍ਰਸ਼ਨ ਅਨੁਸਾਰ ਬਿੰਦੂ D ਭੁਜਾ QR ਦਾ ਮੱਧ ਬਿੰਦੂ ਹੈ। ਇਸ ਲਈ ਜਦ ਕਿ ਬਿੰਦੂ M ਭੁਜਾ QR ਦਾ ਮੱਧ ਬਿੰਦੂ ਨਹੀਂ ਹੈ, ਇਸ ਲਈ QM ਬਰਾਬਰ ਨਹੀਂ ਹੈ MR। ਠੀਕ ਹੈ, ਇਹਦੇ ਤੇ ਅਸੀਂ ਜਿਹੜਾ QM ਬਰਾਬਰ MR ਲਿਖਿਆ ਹੋਇਆ ਸੀ ਉਹਦੇ ਵਿੱਚ ਆਪਾਂ ਜਿਹੜਾ ਬਰਾਬਰ ਦਾ ਸਾਈਨ ਹੈ ਇਹਨੂੰ ਇਸ ਢੰਗ ਦੇ ਨਾਲ ਕੱਟ ਦਿਆਂਗੇ। ਇਹਦਾ ਭਾਵ ਹੋ ਜਾਏਗਾ ਕਿ QM ਤੇ MR ਦੋਨੋਂ ਬਰਾਬਰ ਨਹੀਂ ਨੇ। ਠੀਕ ਹੈ, ਤਾਂ ਇਸ ਦਾ ਉੱਤਰ ਜਿਹੜਾ ਸਾਡੇ ਕੋਲੋਂ ਕੀ ਬਣ ਜਾਂਦਾ ਹੈ, ਨਹੀਂ। ਠੀਕ ਹੈ, QM ਤੇ MR ਦੋਨੋਂ ਬਰਾਬਰ ਨਹੀਂ ਹੈਗੇ। ਤਾਂ ਇਹ ਸਾਡੇ ਕੋਲ ਇਸ ਅਭਿਆਸ ਦਾ ਜਿਹੜਾ ਪਹਿਲਾ ਸਵਾਲ ਸੀ, ਬਹੁਤ ਹੀ ਸੌਖਾ, ਬੜੀ ਆਸਾਨੀ ਦੇ ਨਾਲ ਆਪਾਂ ਇਹਨੂੰ ਇਸ ਢੰਗ ਦੇ ਨਾਲ ਕਰ ਸਕਦੇ ਹਾਂ। ਤਾਂ ਆਓ ਦੇਖਦੇ ਹਾਂ ਇਸ ਅਭਿਆਸ ਦਾ ਅਗਲਾ ਸਵਾਲ। ਹਾਂਜੀ ਸਟੂਡੈਂਟਸ, ਤੋਂ ਅਗਲਾ ਸਵਾਲ ਸਾਡੇ ਕੋਲ ਹੈ ਹੇਠ ਲਿਖਿਆਂ ਦੇ ਅਨੁਮਾਨ ਲਈ ਚਿੱਤਰ ਖਿੱਚੋ। ਠੀਕ ਹੈ, ਸੋ ਸਭ ਤੋਂ ਪਹਿਲਾ ਸਵਾਲ ਸਾਡੇ ਕੋਲ ਹੈ ਤ੍ਰਿਭੁਜ ABC ਵਿੱਚ BE ਇੱਕ ਮੱਧਿਕਾ ਹੈ। ਠੀਕ ਹੈ, ਤਾਂ ਅਸੀਂ ਇੱਕ ਤ੍ਰਿਭੁਜ ABC ਬਣਾਵਾਂਗੇ ਔਰ ਉਸ ਤ੍ਰਿਭੁਜ ਦੀ ਇੱਕ ਮੱਧਿਕਾ BE ਵੀ ਖਿੱਚਾਂਗੇ। ਠੀਕ ਹੈ, ਤਾਂ ਆਓ ਸਭ ਤੋਂ ਪਹਿਲਾਂ ਇੱਕ ਤ੍ਰਿਭੁਜ ਜਿਹੜੀ ਹੈ ਉਹ ਆਪਾਂ ਬਣਾਉਣੇ ਆ। ਇਹ ਭਾਗ ਦਾ ਹੱਲ ਆਪਾਂ ਕਰਾਂਗੇ। ਹਾਂਜੀ, ਤਾਂ ਇਹ ਸਾਡੇ ਕੋਲ ਇੱਕ ਤ੍ਰਿਭੁਜ ABE ਹੋਏਗੀ। ਠੀਕ ਹੈ, ABC ਇਹ ਸਾਡੇ ਕੋਲ ਇੱਕ ਤ੍ਰਿਭੁਜ ਹੈ। ਠੀਕ ਹੈ,
तो BE ਮੱਧਿਕਾ ਦੇ ਲਈ ਸਾਨੂੰ ਪਹਿਲਾਂ ਤੇ AC ਦਾ ਜਿਹੜਾ ਮੱਧ ਬਿੰਦੂ ਹੈ ਉਹ ਲੈਣਾ ਪਏਗਾ। ਠੀਕ ਹੈ, AC ਦਾ ਜੋ ਮੱਧ ਬਿੰਦੂ ਹੋਏਗਾ ਉਸ ਨੂੰ ਫਿਰ ਅਸੀਂ B ਦੇ ਨਾਲ ਜੁਆਇਨ ਕਰਾਂਗੇ ਤਾਂ BE ਸਾਡੇ ਕੋਲ ਇੱਕ ਮੱਧਿਕਾ ਬਣ ਜਾਏਗੀ। ਠੀਕ ਹੈ, ਤਾਂ ਆਪਾਂ ਮੰਨ ਲੈਂਦੇ ਹਾਂ ਕਿ AC ਦਾ ਜਿਹੜਾ ਸਾਡੇ ਕੋਲ ਮੱਧ ਬਿੰਦੂ ਹੈ ਉਹ ਸਾਡੇ ਕੋਲ ਇਹ ਪੁਆਇੰਟ ਹੈ ਔਰ ਇਹਦਾ ਨਾਮ ਅਸੀਂ E ਰੱਖ ਦੇਵਾਂਗੇ। ਠੀਕ ਹੈ, तो E जेकर AC ਦਾ ਮੱਧ ਬਿੰਦੂ ਹੈ तो E ਨੂੰ B ਦੇ ਨਾਲ ਜੁਆਇਨ ਕਰਨ ਤੇ ਸਾਡੇ ਕੋਲ ਇਸ ਤ੍ਰਿਭੁਜ ਦੀ ਮੱਧਿਕਾ ਬਣ ਜਾਏਗੀ। ਠੀਕ ਹੈ, तो BE ਸਾਡੇ ਕੋਲ ਤ੍ਰਿਭੁਜ ਦੀ ਕੀ ਬਣ ਜਾਂਦੀ ਹੈ? ਮੱਧਿਕਾ। ਤ੍ਰਿਭੁਜ ABC ਵਿੱਚ BE ਮੱਧਿਕਾ ਹੈ। ਠੀਕ ਹੈ ਵਿਦਿਆਰਥੀਓ, ਇਸ ਤੋਂ ਬਾਅਦ ਸਟੂਡੈਂਟਸ ਅਗਲਾ ਜਿਹੜਾ ਸਵਾਲ ਹੈ ਸਾਡੇ ਕੋਲ B ਪਾਰਟ ਤੁਸੀਂ ਦੇਖ ਸਕਦੇ ਹੋ। ਤ੍ਰਿਭੁਜ PQR ਅਸੀਂ ਇੱਕ ਬਣਾਵਾਂਗੇ ਔਰ PQR ਵਿੱਚ PQ ਅਤੇ PR ਤ੍ਰਿਭੁਜ ਦੇ ਸਿਖਰ ਲੰਬ ਹਨ। ਇਹੋ ਜਿਹੀ ਅਸੀਂ ਤ੍ਰਿਭੁਜ ਬਣਾਉਣੀ ਹੈ ਜਿਹਦੀਆਂ ਦੋ ਭੁਜਾਵਾਂ ਹੀ ਉਹਦੀਆਂ ਸਿਖਰ ਲੰਬ ਹੋਣਗੀਆਂ। ਤਾਂ ਆਪਾਂ ਪਹਿਲਾਂ ਗੱਲ ਕਰਕੇ ਆਏ ਹਾਂ ਇਸ ਦੇ ਬਾਰੇ ਕਿ ਕਿਸੇ ਵੀ ਤ੍ਰਿਭੁਜ ਦੇ ਵਿੱਚ ਉਸ ਦੀਆਂ ਭੁਜਾਵਾਂ ਹੀ ਉਸ ਦਾ ਸਿਖਰ ਲੰਬ ਕਦੋਂ ਹੁੰਦੀਆਂ ਨੇ? ਜੇਕਰ ਸਾਡੇ ਕੋਲ ਤ੍ਰਿਭੁਜ ਜਿਹੜੀ ਹੈ ਉਹ ਸਮਕੋਣੀ ਤ੍ਰਿਭੁਜ ਹੋਏਗੀ। ਠੀਕ ਹੈ, ਤਾਂ B ਪਾਰਟ ਇਹਦੇ ਵਿੱਚ ਅਸੀਂ ਤ੍ਰਿਭੁਜ ਇੱਕ ਬਣਾਉਂਦੇ ਹਾਂ ਪਹਿਲਾਂ PQR। ਇਹ ਸਾਡੇ ਕੋਲ ਤ੍ਰਿਭੁਜ ਹੈ PQR। ਸੋ ਇਹ ਸਾਡੇ ਕੋਲ ਤ੍ਰਿਭੁਜ ਬਣ ਜਾਂਦੀ ਹੈ। ਇਹਦਾ ਅਸੀਂ ਨਾਮ ਰੱਖ ਲੈਂਦੇ ਹਾਂ P ਦੇ ਉੱਤੇ ਸਾਡੇ ਕੋਲ 90 ਡਿਗਰੀ ਦਾ ਕੋਣ ਬਣਦਾ ਹੈ ਔਰ ਇਹ ਸਾਡੇ ਕੋਲ ਬਿੰਦੂ Q ਹੈ ਔਰ ਇਹ ਸਾਡੇ ਕੋਲ ਬਿੰਦੂ ਜਿਹੜਾ R ਹੈ। ਠੀਕ ਹੈ, ਤਾਂ PQR ਤ੍ਰਿਭੁਜ ਦੇ ਵਿੱਚ ਜੇਕਰ ਅਸੀਂ Q ਤੋਂ ਸਾਹਮਣੇ ਵਾਲੀ ਭੁਜਾ ਦੇ ਉੱਤੇ ਸਿਖਰ ਲੰਬ ਖਿੱਚਣ ਦੀ ਕੋਸ਼ਿਸ਼ ਕਰੀਏ ਤਾਂ ਉਹ ਸਾਡੇ ਕੋਲ ਜਿਹੜਾ PQ ਰੇਖਾਖੰਡ ਹੀ ਬਣੇਗਾ। ਇਸੇ ਢੰਗ ਦੇ ਨਾਲ R ਤੋਂ ਅਸੀਂ ਦੇਖ ਸਕਦੇ ਹਾਂ ਕਿ RP ਜਿਹੜਾ ਹੈ ਉਹ ਸਾਹਮਣੇ ਵਾਲੀ ਭੁਜਾ PQ ਦੇ ਉੱਤੇ ਲੰਬ ਹੈ। ਠੀਕ ਹੈ, ਤਾਂ ਇਸ ਤ੍ਰਿਭੁਜ ਦੇ ਵਿੱਚ ਸਾਡੇ ਕੋਲ PQ ਤੇ PR ਜਿਹੜੇ ਦੋਨੋਂ ਨੇ ਉਹ ਇਸ ਤ੍ਰਿਭੁਜ ਦੇ ਦੀਆਂ ਭੁਜਾਵਾਂ ਵੀ ਨੇ ਤੇ ਇਸ ਤ੍ਰਿਭੁਜ ਦੇ ਸਿਖਰ ਲੰਬ ਵੀ ਬਣ ਜਾਂਦੇ ਨੇ। ਠੀਕ ਹੈ, ਤ੍ਰਿਭੁਜ PQR ਵਿੱਚ PQ ਅਤੇ PR ਤ੍ਰਿਭੁਜ ਦੇ ਸਿਖਰ ਲੰਬ ਹਨ। ਠੀਕ ਹੈ ਵਿਦਿਆਰਥੀਓ, ਤੋਂ ਜਿਵੇਂ ਕੁਐਸਚਨ ਦੇ ਵਿੱਚ ਸਾਨੂੰ ਜਿਵੇਂ ਸਵਾਲ ਦੇ ਵਿੱਚ ਸਥਿਤੀ ਦਿੱਤੀ ਗਈ ਸੀ ਉਸੇ ਦੇ ਅਨੁਸਾਰ ਅਸੀਂ ਇਹ ਦੋ ਤ੍ਰਿਭੁਜਾਂ ਜਿਹੜੀਆਂ ਅਨੁਮਾਨ ਦੇ ਲਈ ਬਣਾ ਲਈਆਂ ਨੇ। ਤੁਸੀਂ ਇਹ ਜਦੋਂ ਤ੍ਰਿਭੁਜਾਂ ਬਣਾਉਣੀਆਂ ਨੇ ਤਾਂ ਬਹੁਤ ਹੀ ਸਫਾਈ ਦੇ ਨਾਲ ਪੈਨਸਿਲ ਦੀ ਵਰਤੋਂ ਕਰਨੀ ਹੈ, ਸਕੇਲ ਦੀ ਵਰਤੋਂ ਕਰਨੀ ਹੈ, ਸ਼ਾਰਪਨਰ ਦੀ ਵਰਤੋਂ ਕਰਨੀ ਹੈ। ਠੀਕ ਹੈ, ਇਰੇਜ਼ਰ ਬਹੁਤ ਘੱਟ ਯੂਜ਼ ਕਰਨੀ ਹੈ। ਕਹਿਣ ਦਾ ਭਾਵ ਹੈ ਕਿ ਗਲਤੀ ਨਹੀਂ ਕਰਨੀ। ਲਾਈਨ ਨੂੰ ਪਹਿਲਾਂ ਹੀ ਰੇਖਾਖੰਡ ਜੋ ਵੀ ਲਗਾਉਣਾ ਉਹਨੂੰ ਬਹੁਤ ਸੋਚ ਸਮਝ ਕੇ ਲਗਾਉਣਾ ਕਿ ਸਾਨੂੰ ਉਹਨੂੰ ਮਿਟਾਉਣਾ ਨਾ ਪਵੇ। ਮਿਟਾਉਣ ਦੇ ਨਾਲ ਪੇਜ ਜਿਹੜਾ ਉਹ ਸਾਡਾ ਖਰਾਬ ਹੋ ਜਾਂਦਾ ਹੈ ਥੋੜਾ। ਠੀਕ ਹੈ, तो इस तो बाद ਜਿਹੜਾ C ਸਾਡੇ ਕੋਲ ਕੁਐਸਚਨ ਹੈ ਤ੍ਰਿਭੁਜ XYZ ਵਿੱਚ YL ਇੱਕ ਸਿਖਰ ਲੰਬ ਉਸ ਦੇ ਬਾਹਰੀ ਭਾਗ ਵਿੱਚ ਹੈ। ਠੀਕ ਹੈ, तो XYZ ਇੱਕ ਤ੍ਰਿਭੁਜ ਅਸੀਂ ਬਣਾਣੀ ਹੈ। ਇਸ ਤਰ੍ਹਾਂ ਉਹਦਾ YL ਸਿਖਰ ਲੰਬ ਅਸੀਂ ਖਿੱਚਣਾ ਹੈ ਕਿ ਉਹ ਤ੍ਰਿਭੁਜ ਦੇ ਬਾਹਰੀ ਭਾਗ ਦੇ ਵਿੱਚ ਬਣੇ। ਠੀਕ ਹੈ, तो ਜਿਵੇਂ ਅਸੀਂ ਪਹਿਲਾਂ ਗੱਲ ਕਰਕੇ ਆਏ ਹਾਂ ਇਹਦਾ ਮਤਲਬ ਤੁਹਾਨੂੰ ਇੱਕ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਇਹ ਜਿਹੜੀ ਤ੍ਰਿਭੁਜ ਹੈ ਇਹ ਸਾਨੂੰ ਅਧਿਕ ਕੋਣੀ ਤ੍ਰਿਭੁਜ ਬਣਾਉਣੀ ਪਏਗੀ। ਇਹਦਾ ਇੱਕ ਕੋਣ ਜਿਹੜਾ 90 ਡਿਗਰੀ ਤੋਂ ਵੱਡਾ ਹੋਣਾ ਚਾਹੀਦਾ ਹੈ ਕਿਉਂਕਿ ਅਧਿਕ ਕੋਣੀ ਤ੍ਰਿਭੁਜ ਦੇ ਵਿੱਚ ਹੀ ਸਾਡੇ ਕੋਲ ਉਹਦਾ ਸਿਖਰ ਲੰਬ ਜਿਹੜਾ ਹੈ ਉਹ ਤ੍ਰਿਭੁਜ ਦੇ ਬਾਹਰੀ ਭਾਗ ਵਿੱਚ ਬਣਦਾ ਹੈ। ਠੀਕ ਹੈ, ਸੋ ਮੰਨ ਲਓ ਇਹ ਸਾਡੇ ਕੋਲ ਪਾਰਟ C ਹੈ ਤਾਂ ਪਾਰਟ C ਦੇ ਵਿੱਚ ਇੱਕ ਤ੍ਰਿਭੁਜ ਜਿਹੜੀ ਅਸੀਂ ਬਣਾਵਾਂਗੇ ਜਿਹੜੀ ਕਿ ਅਧਿਕ ਕੋਣੀ ਤ੍ਰਿਭੁਜ ਹੋਏਗੀ। ਠੀਕ ਹੈ, ਠੀਕ, तो ਇਹਦਾ ਨਾਮ ਅਸੀਂ ਲਿਖ ਦਿੰਦੇ ਹਾਂ ਇੱਥੇ X Y ਤੇ Z। ਠੀਕ ਹੈ, तो Y ਤੋਂ ਸਾਨੂੰ ਜਿਹੜਾ ਹੈ ਬਣਾਉਣ ਵਾਸਤੇ ਕਿਹਾ ਗਿਆ ਹੈ YL ਜਿਹੜਾ ਸਿਖਰ ਲੰਬ ਅਸੀਂ ਤ੍ਰਿਭੁਜ ਦਾ
ਬਣਾਉਣਾ ਹੈ। तो y ਸਿਰੇ ਤੋਂ ਅਸੀਂ ਸਾਹਮਣੇ ਵਾਲੀ ਭੁਜਾ ਦੇ ਉੱਤੇ ਸਿਖਰ ਲੰਬ ਖਿੱਚਣ ਵਾਸਤੇ ਜਿਵੇਂ ਅਸੀਂ ਪਹਿਲਾਂ ਕੀਤਾ ਸੀ, ਕੀ ਕਰਾਂਗੇ ਅਸੀਂ xz ਜਿਹੜੀ ਭੁਜਾ ਹੈ ਇਹਨੂੰ ਥੋੜਾ ਐਕਸਟੈਂਡ ਕਰਾਂਗੇ, ਇਹਨੂੰ ਥੋੜਾ ਅੱਗੇ ਵਧਾਵਾਂਗੇ, ਫਿਰ y ਤੋਂ ਇੱਥੇ ਸਿਖਰ ਲੰਬ ਆਪਾਂ ਖਿੱਚ ਸਕਦੇ ਹਾਂ। ਠੀਕ ਹੈ, तो ਇਸ ਕੰਮ ਦੇ ਲਈ ਅਸੀਂ ਸਕੇਲ ਜਿਹੜਾ ਉਹਦੀ ਯੂਜ਼ ਕਰ ਸਕੇਲ ਦੀ ਵਰਤੋਂ ਕਰਾਂਗੇ। ਠੀਕ, ਹਾਂਜੀ, ਠੀਕ ਹੈ ਸਟੂਡੈਂਟਸ। तो ਹੁਣ ਅਸੀਂ y ਤੋਂ ਸਾਹਮਣੇ ਵਾਲੀ ਭੁਜਾ ਦੇ ਉੱਤੇ ਸਿਖਰ ਲੰਬ, ਵਧੀ ਹੋਈ ਭੁਜਾ ਦੇ ਉੱਤੇ ਸਿਖਰ ਲੰਬ ਖਿੱਚ ਸਕਦੇ ਹਾਂ। ਠੀਕ ਹੈ, तो ਇਹ ਸਾਡੇ ਕੋਲ 90 ਡਿਗਰੀ ਦਾ ਕੋਣ ਬਣਾਉਂਦਾ ਹੋਇਆ ਇੱਕ ਰੇਖਾਖੰਡ YL ਬਣ ਜਾਏਗਾ, ਜਿਹੜਾ ਕਿ ਤ੍ਰਿਭੁਜ XYZ ਦਾ ਸਿਖਰ ਲੰਬ ਹੈ, ਅਤੇ ਇਹ ਸਿਖਰ ਲੰਬ ਤ੍ਰਿਭੁਜ ਦੇ ਬਾਹਰੀ ਭਾਗ ਦੇ ਵਿੱਚ ਬਣਦਾ ਹੈ, ਜਿਵੇਂ ਸਾਨੂੰ ਸਵਾਲ ਦੇ ਵਿੱਚ ਕਿਹਾ ਗਿਆ ਸੀ ਉਵੇਂ ਹੀ। ਠੀਕ ਹੈ ਵਿਦਿਆਰਥੀਓ, तो ਇਸ ਢੰਗ ਦੇ ਨਾਲ ਆਪਾਂ ਇੱਥੇ ਲਿਖ ਦਿੰਦੇ ਹਾਂ ਤ੍ਰਿਭੁਜ XYZ ਵਿੱਚ ਸਿਖਰ ਲੰਬ YL ਤ੍ਰਿਭੁਜ ਦੇ ਬਾਹਰੀ ਭਾਗ ਵਿੱਚ ਬਣਦਾ ਹੈ। ਤ੍ਰਿਭੁਜ ਦੇ ਬਾਹਰੀ ਭਾਗ ਵਿੱਚ ਬਣਦਾ ਹੈ। ਠੀਕ ਹੈ ਸਟੂਡੈਂਟਸ, तो ਅਨੁਮਾਨ ਦੇ ਲਈ ਕਿਵੇਂ ਅਸੀਂ ਤ੍ਰਿਭੁਜਾਂ ਨੂੰ ਬਣਾ ਸਕਦੇ ਹਾਂ ਉਹ ਅਸੀਂ ਇਸ ਸਵਾਲ ਦੇ ਵਿੱਚ ਸਿੱਖਿਆ ਹੈ। ਅਗਲਾ ਸਵਾਲ ਸਾਡੇ ਕੋਲ ਇਸ ਅਭਿਆਸ ਦਾ ਹੈ, ਚਿੱਤਰ ਬਣਾ ਕੇ ਪੜਤਾਲ ਕਰੋ ਕਿ ਇੱਕ ਸਮਦੋਭੁਜੀ ਤ੍ਰਿਭੁਜ ਵਿੱਚ ਸਿਖਰ ਲੰਬ ਅਤੇ ਮੱਧਿਕਾ ਇੱਕ ਹੀ ਰੇਖਾਖੰਡ ਹੋ ਸਕਦਾ ਹੈ। ਠੀਕ ਹੈ, ਸੋ ਸਭ ਤੋਂ ਪਹਿਲਾਂ ਅਸੀਂ ਇੱਕ ਸਮਦੋਭੁਜੀ ਤ੍ਰਿਭੁਜ ਬਣਾਵਾਂਗੇ, ਉਸ ਤੋਂ ਬਾਅਦ ਫਿਰ ਅੱਗੇ ਆਪਾਂ ਦੇਖਦੇ ਹਾਂ ਕੀ ਕਰਨਾ ਹੈ। तो ਸਮਦੋਭੁਜੀ ਤ੍ਰਿਭੁਜ ਦੇ ਲਈ ਅਸੀਂ ਸਭ ਤੋਂ ਪਹਿਲਾਂ ਇੱਕ ਜਿਹੜੀ ਰੇਖਾਖੰਡ ਹੈ ਉਹ ਇੱਥੇ ਲਗਾ ਲੈਂਦੇ ਹਾਂ। ठीक है, ਇਹਦਾ ਨਾਮ ਅਸੀਂ ਰੱਖ ਲੈਂਦੇ ਹਾਂ A ਔਰ B। ਠੀਕ ਹੈ, ਇਸ ਰੇਖਾਖੰਡ ਦਾ ਨਾਮ ਅਸੀਂ AB ਰੱਖ ਲੈਂਦੇ ਹਾਂ। तो ਇਸ ਤੋਂ ਬਾਅਦ ਇੱਕ ਪ੍ਰਕਾਰ ਦੇ ਨਾਲ ਅਸੀਂ ਉੱਪਰ ਵਾਲੇ ਹਿੱਸੇ ਦੋਨੋਂ ਬਿੰਦੂਆਂ ਨੂੰ ਕੇਂਦਰ ਮੰਨ ਕੇ, ਦੋਨੋਂ ਅੰਤ ਬਿੰਦੂਆਂ ਨੂੰ ਕੇਂਦਰ ਮੰਨ ਕੇ ਇੱਕ ਦੋ ਚਾਪਾਂ ਲਗਾਵਾਂਗੇ ਜਿਹੜੀਆਂ ਆਪਸ ਦੇ ਵਿੱਚ ਬਰਾਬਰ ਦੂਰੀ ਤੇ ਦੋਨੋਂ ਬਿੰਦੂਆਂ ਤੋਂ ਕੱਟਣਗੀਆਂ। ਫਿਰ ਉਸ ਕਾਟ ਬਿੰਦੂ ਨੂੰ ਅਸੀਂ A ਤੇ B ਦੇ ਨਾਲ ਜੁਆਇਨ ਕਰਾਂਗੇ ਤਾਂ ਸਾਡੇ ਕੋਲ ਇੱਕ ਸਮਦੋਭੁਜੀ ਤ੍ਰਿਭੁਜ ਬਣ ਜਾਏਗੀ। ਠੀਕ ਹੈ, ਕੰਪਾਸ ਦੀ ਮਦਦ ਦੇ ਨਾਲ ਅਸੀਂ ਉੱਪਰ ਇੱਥੇ ਇੱਕ ਚਾਪ ਜਿਹੜੀ ਉਹ ਲਗਾ ਦੇਵਾਂਗੇ। ਠੀਕ ਹੈ, तो ਇਸੇ ਢੰਗ ਦੇ ਨਾਲ ਪ੍ਰਕਾਰ ਨੂੰ ਬਿਨਾ ਵੱਡੀ ਛੋਟੀ ਕੀਤੇ, ਬਿਨਾ ਇਹਦਾ ਹੋਰ ਮੂੰਹ ਖੋਲੇ B ਬਿੰਦੂ ਨੂੰ ਕੇਂਦਰ ਮੰਨ ਕੇ ਵੀ ਇੱਕ ਅਸੀਂ ਚਾਪ ਜਿਹੜੀ ਆ ਉਹ ਲਗਾ ਦੇਵਾਂਗੇ, ਜਿਹੜੀ ਕਿ ਪਹਿਲਾਂ ਵਾਲੀ ਚਾਪ ਨੂੰ ਬਿੰਦੂ C ਦੇ ਉੱਤੇ ਕੱਟੇਗੀ। ਠੀਕ ਹੈ, तो ਇਹ ਸਾਡੇ ਕੋਲ ਜਿਹੜਾ ਬਿੰਦੂ ਹੈ ਇਹ C ਬਿੰਦੂ ਹੈ। ਠੀਕ, ਇਹਦਾ ਨਾਮ ਅਸੀਂ C ਰੱਖ ਦਿਆਂਗੇ। ਹੁਣ CA ਤੇ CB ਨੂੰ ਅਸੀਂ ਮਿਲਾ ਦਿਆਂਗੇ। ਕੰਸਟਰਕਸ਼ਨ ਦੇ ਰਚਨਾ ਦੇ ਮੁਤਾਬਿਕ ਸਾਡੇ ਕੋਲ AC ਤੇ BC ਦੀ ਜਿਹੜੀ ਲੰਬਾਈ ਹੈ ਉਹ ਬਿਲਕੁਲ ਇੱਕ ਸਮਾਨ ਹੋਏਗੀ। ਠੀਕ, ਠੀਕ ਹੈ, तो ਸਾਡੇ ਕੋਲ ਜਿਹੜਾ ACBA ਜਾਂ ABC ਜਿਹੜੀ ਤ੍ਰਿਭੁਜ ਹੈ ਇਹ ਸਾਡੇ ਕੋਲ ਸਮਭੁਜੀ ਸਮਦੋਭੁਜੀ ਤ੍ਰਿਭੁਜ ਬਣ ਜਾਂਦੀ ਹੈ। ਇਹਦੇ ਵਿੱਚ ਜਿਹੜਾ ਸਾਡੇ ਕੋਲ ਭੁਜਾ ਜਿਹੜੀ AC ਦੀ ਲੰਬਾਈ ਹੈ ਉਹ ਭੁਜਾ BC ਦੀ ਲੰਬਾਈ ਦੇ ਬਰਾਬਰ ਹੋਵੇਗੀ। ਠੀਕ ਹੈ, ਤ੍ਰਿਭੁਜ ABC ਇੱਕ ਸਮਦੋਭੁਜੀ ਤ੍ਰਿਭੁਜ ਹੈ। ਇੱਕ ਸਮਦੋਭੁਜੀ ਤ੍ਰਿਭੁਜ ਹੈ ਜਿਸ ਵਿੱਚ ਭੁਜਾ AC ਬਰਾਬਰ BC ਹੈ। ਠੀਕ ਹੈ, ਸੋ ਵਿਦਿਆਰਥੀਓ ਇਸ ਤ੍ਰਿਭੁਜ ਦੇ ਵਿੱਚ ਹੁਣ ਅਸੀਂ ਇੱਕ ਜਿਹੜਾ ਸਿਖਰ ਲੰਬ ਖਿੱਚਾਂਗੇ ਤੇ ਫਿਰ ਅਸੀਂ ਦੇਖਾਂਗੇ ਕਿ ਉਹੀ ਸਿਖਰ ਲੰਬ ਇਸ ਤ੍ਰਿਭੁਜ ਦੀ ਮੱਧਿਕਾ ਵੀ ਹੈ ਜਾਂ ਨਹੀਂ। ਠੀਕ ਹੈ, ਇਹਨੂੰ ਅਸੀਂ ਥੋੜਾ ਵੱਡਾ ਕਰ ਲੈਂਦੇ ਹਾਂ।
ਹਾਂਜੀ। ਤੋ ਸੀ ਬਿੰਦੂ ਤੋਂ ਸਾਹਮਣੇ ਵਾਲੀ ਭੁਜਾ ਦੇ ਉੱਤੇ ਇੱਕ ਲੰਬ ਆਪਾਂ ਖਿੱਚਾਂਗੇ, ਠੀਕ ਹੈ। ਤੋ ਇਹ ਸਾਡੇ ਕੋਲ 90 ਡਿਗਰੀ ਦਾ ਕੋਣ ਬਣਾਉਂਦਾ ਹੋਇਆ ਇੱਕ ਰੇਖਾਖੰਡ CD ਜਿਹੜਾ ਬਣ ਜਾਂਦਾ ਹੈ, ਜਿਹੜਾ ਕਿ AB ਭੁਜਾ ਨੂੰ ਲੰਬ ਹੈ। CD ਲੰਬ AB ਹੈ, ਠੀਕ ਹੈ। ਹੁਣ ਇਹਦੇ 'ਚ ਅਸੀਂ ਦੋ ਚੀਜ਼ਾਂ ਜਿਹੜੀਆਂ ਉਹ ਚੈੱਕ ਕਰਾਂਗੇ। ਇੱਕ ਤਾਂ ਅਸੀਂ ਇਹ ਦੇਖਾਂਗੇ ਕਿ ਵਾਕਈ ਹੀ ਜਿਹੜਾ CD ਹੈ ਉਹ AB ਨੂੰ ਲੰਬ ਹੈ। ਜੇ ਤਾਂ CD AB ਨੂੰ ਲੰਬ ਹੈ, ਇਹਦਾ ਮਤਲਬ CD ਜਿਹੜਾ ਹੈ ਇਸ ਤ੍ਰਿਭੁਜ ਦਾ ਸਿਖਰ ਲੰਬ ਹੋਏਗਾ। ਫਿਰ ਉਸ ਤੋਂ ਬਾਅਦ ਅਸੀਂ ਇਹ ਦੇਖਾਂਗੇ ਕਿ ਕੀ D ਜਿਹੜਾ ਹੈ ਉਹ AB ਦਾ ਮੱਧ ਬਿੰਦੂ ਹੈ, ਭਾਵ AD ਤੇ DB ਦੀ ਜਿਹੜੀ ਲੰਬਾਈ ਹੈ ਉਹ ਅਸੀਂ ਮਿਣਾਂਗੇ। ਅਗਰ ਇਹ ਦੋਨੋਂ ਲੰਬਾਈਆਂ ਸਾਡੇ ਕੋਲ ਬਰਾਬਰ ਆਉਂਦੀਆਂ ਨੇ, ਫਿਰ ਸਾਡੇ ਕੋਲ CD ਜਿਹੜਾ ਹੈ, CD ਰੇਖਾਖੰਡ ਇਸ ਤ੍ਰਿਭੁਜ ਦੀ ਮੱਧਿਕਾ ਵੀ ਹੋਏਗਾ, ਠੀਕ ਹੈ। तो आओ सब तो पहला कोण जड़ा है वो चेक करते हैं असी। तो आओ प्रकार की मदद डी की मदद दे नाल कोण आपां पहला चेक करते हैं। सो तुसी देख सकते हो कि साडे कोल जड़ा रेखाखंड CD है ये AB नूं बिल्कुल ही 90 डिग्री के उत्ते मिलता है। सो आपां कह सकते हैं कि जड़ा CD है वो त्रिभुज ABC का सिखर लंब है, ठीक है विद्यार्थियों। इस तो बाद असी AD ते DB की जिहड़ी लंबाई है वो चेक करांगे, ठीक है। तो AD ते DB की लंबाई असी स्केल दे नाल एक बार देख लैंदे हां। तो तुसी देख सकते हो कि साडे कोल AD जो पोर्शन है सो तुसी देख सकते हो स्क्रीन के उत्ते कि AD जो पोर्शन है उसकी जिहड़ी लंबाई है साडे कोल वो 5 सेंटीमीटर तो 2 मिलीमीटर है। 5.2 5.2 सेंटीमीटर है, ठीक है। इतने आप लिख लें 5.2 सम, ठीक है। इसी ढंग दे नाल असी स्केल दे नाल DB जिहड़ा रेखाखंड है उसकी भी लंबाई जिहड़ी नाप लें। DB जो रेखाखंड है उसकी लंबाई भी साडे कोल स्केल दे उत्ते 5.2 5.2 सेंटीमीटर बनती है, ठीक है। 5 सेंटीमीटर तो 2 मिलीमीटर ये भी साडे कोल 5.2 सम बनेगी, ठीक है विद्यार्थियों। सो असी देखा कि त्रिभुज ABC जिहड़ी कि असी समदोभुजी त्रिभुज एक बनाई सी, समदोभुजी त्रिभुज की रचना की सी। इहदे विच असी CD रेखाखंड जिहड़ा ड्रॉ किया जो कि एक तो इस त्रिभुज का सिखर लंब भी है ते इसे ही त्रिभुज की मध्यिका भी है, ठीक है। सो ਅਸੀਂ ਇੱਥੇ ਲਿਖ ਦਿਆਂਗੇ ਇਸ ਤਰ੍ਹਾਂ ABC ਸਾਡੇ ਕੋਲ ਇਸ ਤਰ੍ਹਾਂ ਦੀ ਤ੍ਰਿਭੁਜ ਹੈ ਜਿਸ ਦੇ ਵਿੱਚ ਜਿਹੜਾ ਰੇਖਾਖੰਡ CD ਹੈ ਉਹ ਇਸ ਤ੍ਰਿਭੁਜ ਦਾ ਸਿਖਰ ਲੰਬ ਵੀ ਹੈ ਤੇ ਮੱਧਿਕਾ ਵੀ ਹੈ, ਠੀਕ ਹੈ। ਸੋ ਅਸੀਂ ਦੇਖਿਆ ਕਿ ਇੱਕ ਸਮਦੋਭੁਜੀ ਤ੍ਰਿਭੁਜ ਦੇ ਵਿੱਚ ਇੱਕ ਸਮਦੋਭੁਜੀ ਤ੍ਰਿਭੁਜ ਦੇ ਵਿੱਚ ਸਿਖਰ ਲੰਬ ਅਤੇ ਮੱਧਿਕਾ ਇੱਕ ਹੀ ਰੇਖਾਖੰਡ ਹੋ ਸਕਦਾ ਹੈ, ਇੱਕ ਹੀ रेखाखंड हो सकता, ठीक है विद्यार्थियों। तो ये साडे कोल अभ्यास 6.1 का तीजा सवाल सी। सो विद्यार्थियों मैनूं पूरी उम्मीद है कि अज दे इस लैसन विच अज दे इस लैक्चर विच अभ्यास 6.1 के जिहड़े सवाल असीं डिस्कस किए हैं उन्होंने तुसीं बहुत चंगे ढंग दे नाल समझिया भी होएगा ते नोट भी किया होएगा, ठीक है। तो मैं उम्मीद करता हाँ कि ये सारे सवालों की तुसीं दोहराई भी करोगे। तो मिलते हैं फिर आपां अगले लैसन दे विच अगले कॉन्सैप्ट दे नाल। उदों तक सत श्री अकाल।